अकाल विद्यार्थियों। साडा अज दा विषय है विश्राम चिन्ह। विश्राम भाव ठहराओ, आराम करना। जदों असीं किसी दे नाल गलबात करदे हां तां गलबात दौरान कदे असीं ज़्यादा रुकदे हां, कदे थोड़ा। जदों असीं किसी नाल खुशी की गल करदे हां तां असीं खुश हो जांदे हां। दुख की गल करते समय साडे चेहरे उत्ते दुख के भाव प्रगट हो जाते हैं। हैरानी की गल करते हाँ तो साडे चेहरे उत्ते हैरानी के भाव प्रगट हो जाते हैं। जदों इन्हां भावां नूं ते ठहराव नूं लिखती रूप विच प्रगट करने लई कुछ खास चिन्ह वरतते हाँ तो उन्हां नूं भाषा दे विच विश्राम चिन्ह कहा जाता है। अज असीं इन्हां विश्राम चिन्हां नूं विस्तार दे विच पढ़ांगे। चिन्ह ਉਹ ਹੁੰਦੇ ਹਨ ਜੋ ਲਿਖਤ ਵਿੱਚ ਵੱਖ-ਵੱਖ ਤਰ੍ਹਾਂ ਦੇ ਠਹਿਰਾਓ ਨੂੰ ਪ੍ਰਗਟਾਉਂਦੇ ਹਨ। ਪੰਜਾਬੀ ਵਿੱਚ ਵਰਤੇ ਜਾਂਦੇ ਵਿਸ਼ਰਾਮ ਚਿੰਨ੍ਹ 13 ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਸਾਡਾ ਪਹਿਲਾ ਵਿਸ਼ਰਾਮ ਚਿੰਨ੍ਹ ਦਾ ਨਾਮ ਹੈ ਡੰਡੀ ਜਾਂ ਪੂਰਨ ਵਿਸ਼ਰਾਮ ਚਿੰਨ੍ਹ। ਇਹ ਚਿੰਨ੍ਹ ਵਾਕ ਦੇ ਖਤਮ ਹੋਣ ਤੇ ਵਰਤਿਆ ਜਾਂਦਾ ਹੈ ਤਾਂ ਜੋ ਉਸ ਦਾ ਦੂਜੇ ਵਾਕਾਂ ਨਾਲੋਂ ਨਿਖੇੜਾ ਹੋ ਸਕੇ। ਉਦਾਹਰਨ ਵਜੋਂ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਗਰਮੀਆਂ ਦੀਆਂ ਛੁੱਟੀਆਂ ਹੋ ਰਹੀਆਂ ਹਨ, ਇਹ ਵਾਕ ਇੱਕ ਹੋ ਗਿਆ। ਜੇ ਅਸੀਂ ਇਸ ਦੇ ਨਾਲ ਦੂਸਰਾ ਵਾਕ ਹੋਰ ਜੋੜ ਦਈਏ ਕਿ ਅਸੀਂ ਘੁੰਮਣ ਜਾਵਾਂਗੇ, ਦੋ ਵਾਕ ਹੋ ਗਏ। ਤਾਂ ਵਿੱਚ ਅਸੀਂ ਜਦੋਂ ਵਿਸ਼ਰਾਮ ਚਿੰਨ੍ਹ ਡੰਡੀ ਦੀ ਵਰਤੋਂ ਕਰਦੇ ਹਾਂ ਤਾਂ ਦੋਨੋਂ ਵਾਕ ਅਲੱਗ-ਅਲੱਗ ਹੋ ਜਾਂਦੇ ਹਨ। ਇੱਕ ਵਾਕ ਤੋਂ ਦੂਜੇ ਵਾਕ ਤੋਂ ਅਸੀਂ ਅਲੱਗ ਕਰ ਸਕਦੇ ਹਾਂ ਵਿਸ਼ਰਾਮ ਚਿੰਨ੍ਹ ਡੰਡੀ ਦੀ ਵਰਤੋਂ ਕਰਕੇ। ਦੂਸਰਾ ਚਿੰਨ੍ਹ ਹੈ ਸਾਡੇ ਕੋਲ ਪ੍ਰਸ਼ਨ ਚਿੰਨ੍ਹ। ਇਹ ਚਿੰਨ੍ਹ ਉਹਨਾਂ ਵਾਕਾਂ ਦੇ ਅੰਤ ਵਿੱਚ ਲਾਇਆ ਜਾਂਦਾ ਹੈ ਜਿਨ੍ਹਾਂ ਵਿੱਚ ਕਿਸੇ ਕੋਲੋਂ ਕੋਈ ਗੱਲ ਪੁੱਛੀ ਗਈ ਹੋਵੇ, ਜਿਵੇਂ ਕੀ ਇਹ ਤੁਹਾਡੀ ਕਲਾਸ ਹੈ। ਅਗਲਾ ਚਿੰਨ੍ਹ ਹੈ ਵਿਸਮਿਕ ਚਿੰਨ੍ਹ। ਇਹ ਚਿੰਨ੍ਹ ਦੀ ਵਰਤੋਂ ਉਸ ਵਾਕ ਵਿੱਚ ਕੀਤੀ ਜਾਂਦੀ ਹੈ ਜਿਸ ਵਿੱਚ ਖੁਸ਼ੀ, ਗਮੀ, ਹੈਰਾਨੀ, ਪ੍ਰਸ਼ੰਸਾ ਆਦਿ ਦੇ ਭਾਵ ਪ੍ਰਗਟ ਕੀਤੇ ਗਏ ਹੋਣ ਜਾਂ ਕਿਸੇ ਨੂੰ ਸੰਬੋਧਿਤ ਕੀਤਾ ਗਿਆ ਹੋਵੇ, ਜਿਵੇਂ ਵਾਹ ਤੁਸੀਂ ਤਾਂ ਕਮਾਲ ਕਰ ਦਿੱਤੀ। ਅਗਲਾ ਵਿਸ਼ਰਾਮ ਚਿੰਨ੍ਹ ਹੈ ਸਾਡੇ ਕੋਲ ਕਾਮਾ। ਕਾਮੇ ਦੀ ਵਰਤੋਂ ਵਾਕ ਵਿੱਚ ਥੋੜਾ ਜਿਹਾ ਅਟਕ ਜਾਂ ਠਹਿਰਾਓ ਪ੍ਰਗਟ ਕਰਨ ਲਈ ਹੁੰਦੀ ਹੈ, ਜਿਨ੍ਹਾਂ ਦੀ ਵਰਤੋਂ ਕਈ ਤਰ੍ਹਾਂ ਅਸੀਂ ਕਰਦੇ ਹਾਂ। ਜਿਵੇਂ ਅਸੀਂ ਦੇਖ ਰਹੇ ਹਾਂ ਬਗੀਚੇ ਵਿੱਚ ਗੁਲਾਬ, ਚਮੇਲੀ, ਗੇਂਦਾ ਅਤੇ ਚਮੇਲੀ ਦੇ ਫੁੱਲ ਖਿੜੇ ਹੋਏ ਹਨ। ਭਾਵ ਜਦੋਂ ਇੱਕ ਹੀ ਸ਼੍ਰੇਣੀ ਦੇ ਵੱਖ-ਵੱਖ ਸ਼ਬਦ ਇੱਕ ਵਾਕ ਵਿੱਚ ਵਰਤੇ ਜਾਂਦੇ ਹਨ ਤਾਂ ਉਹਨਾਂ ਵਿੱਚ ਥੋੜਾ ਠਹਿਰਾਅ ਪ੍ਰਗਟ ਕਰਨ ਲਈ ਕੌਮੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਸੁਨੀਤਾ ਸੋਹਣੀ, ਘਰੇਲੂ ਅਤੇ ਸਿਆਣੀ ਕੁੜੀ ਹੈ। ਅਗਲਾ ਚਿੰਨ੍ਹ ਹੈ ਬਿੰਦੀ ਕਾਮਾ। ਇਹ ਚਿੰਨ੍ਹ ਕੌਮੇ ਨਾਲੋਂ ਵੱਧ ਠਹਿਰਾਅ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਉਹਨਾਂ ਵਾਕਾਂ ਵਿਚਾਲੇ ਵੀ ਕੀਤੀ ਜਾਂਦੀ ਹੈ ਜਿਹੜੇ ਆਪਣੇ ਆਪ ਵਿੱਚ ਪੂਰਨ ਹੋਣ ਪਰ ਉਹਨਾਂ ਦਾ ਆਪਸ ਵਿੱਚ ਸੰਬੰਧ ਹੋਵੇ, ਜਿਵੇਂ ਸਮੇਂ ਬਦਲ ਗਏ ਹਨ, ਸਾਂਝੇ ਪਰਿਵਾਰ ਟੁੱਟ ਗਏ ਹਨ, ਹਰ ਨਵੀਂ ਦੁਨੀਆ ਚਾਹੁੰਦਾ ਹੈ। ਅਗਲਾ ਸਾਡਾ ਵਿਸ਼ਰਾਮ ਚਿੰਨ੍ਹ ਹੈ ਦੋਬਿੰਦੀ। ਇਸ ਚਿੰਨ੍ਹ ਦੀ ਵਰਤੋਂ ਕਈ ਮੌਕਿਆਂ ਤੇ ਕੀਤੀ ਜਾਂਦੀ ਹੈ। ਜਿਵੇਂ ਕੋਈ ਸ਼ਬਦ ਸਾਨੂੰ ਦਿੱਤਾ ਹੁੰਦਾ ਹੈ ਤਾਂ ਉਸ ਨੂੰ ਅਸੀਂ ਸੰਖੇਪ ਰੂਪ ਬਣਾਉਣ ਸਮੇਂ ਵੀ ਉਸ ਦੀ ਵਰਤੋਂ ਕਰਦੇ ਹਾਂ। ਜਿਵੇਂ ਸਾਡੇ ਕੋਲ ਸ਼ਬਦ ਹੈ ਪ੍ਰਿੰਸੀਪਲ, ਤਾਂ ਪ੍ਰਿੰਸੀਪਲ ਨੂੰ ਸੰਖੇਪ ਰੂਪ ਵਿੱਚ ਲਿਖਣ ਲਈ ਅਸੀਂ ਪੱਪੇ ਨੂੰ ਸਿਹਾਰੀ ਪਾ ਕੇ ਦੋ ਬਿੰਦੀਆਂ ਪਾ ਕੇ ਇਸ ਦੀ ਦੋਬਿੰਦੀ ਦੀ ਵਰਤੋਂ ਕਰਕੇ ਅਸੀਂ ਇਸ ਨੂੰ ਲਿਖ ਸਕਦੇ ਹਾਂ। ਇਸੇ ਤਰ੍ਹਾਂ ਹੀ ਸਰਦਾਰ ਨੂੰ ਅਸੀਂ ਸੱਸੇ ਦੇ ਨਾਲ ਦੋਬਿੰਦੀ ਦੀ ਵਰਤੋਂ ਕਰਕੇ ਇਸ ਦੀ ਵਰਤੋਂ ਕਰ ਸਕਦੇ ਹਾਂ। ਅਗਲਾ ਸ਼ਬਦ ਵਿਸ਼ਰਾਮ ਚਿੰਨ੍ਹ ਹੈ ਸਾਡੇ ਕੋਲ ਡੈਸ਼। ਡੈਸ਼ ਦੀ ਵਰਤੋਂ ਆਮ ਕਰਕੇ ਦੋ ਮੌਕਿਆਂ ਤੇ ਕੀਤੀ ਜਾਂਦੀ ਹੈ। ਜਿਵੇਂ ਕਈ ਵਾਰ ਕੋਈ ਬੋਲਣ ਵੇਲੇ ਥਥਲਾ ਕੇ ਬੋਲਦਾ ਹੈ, ਭਾਵ ਕਿਸੇ ਦੇ ਥਥਲਾ ਕੇ ਬੋਲਣ ਨੂੰ ਪ੍ਰਗਟ ਕਰਨ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ ਡੈਸ਼। ਜਿਵੇਂ ਬੋਲਦਾ ਬੱਚਾ ਤਾਂ ਅੱਗੇ ਜਾ ਕੇ ਸ਼ਬਦ ਪੂਰਾ ਹੁੰਦਾ ਹੈ, ਜਿਵੇਂ ਅੰਬ, ਬੁਲਾਉਂਦੀ। ਇਸੇ ਤਰ੍ਹਾਂ ਹੀ ਬਾਕੀ ਦੂਸਰੇ ਵਾਕ ਜਿਵੇਂ ਕੋਈ ਨਾਟਕ ਹੁੰਦਾ ਹੈ ਤਾਂ ਨਾਟਕਾਂ ਦੇ ਵਿੱਚ ਪਾਤਰਾਂ ਦੇ ਵਾਰਤਾਲਾਪ ਸਮੇਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਰਵੀ ਕੀ ਕਰ ਰਿਹਾ ਹੈ, ਰਵੀ ਨੇ ਬੋਲਿਆ ਅੱਗੇ ਮੈਂ ਖੇਡ ਰਿਹਾ ਹਾਂ। ਤਾਂ ਇਸੇ ਤਰ੍ਹਾਂ ਹੀ ਅਗਲਾ ਚਿੰਨ੍ਹ ਹੈ ਸਾਡਾ ਦੋਬਿੰਦੀ ਡੈਸ਼। ਇਸ ਚਿੰਨ੍ਹ ਦੀ ਵਰਤੋਂ ਚੀਜ਼ਾਂ ਦਾ ਵੇਰਵਾ ਉਦਾਹਰਨ ਦੇਣ ਸਮੇਂ ਕੀਤੀ ਜਾਂਦੀ ਹੈ। ਜਿਵੇਂ ਅਸੀਂ ਬੋਲੀਏ ਕਿ ਮੈਨੂੰ ਇਹਨਾਂ ਵਸਤਾਂ ਦੀ ਜ਼ਰੂਰਤ ਹੈ, ਜਿਵੇਂ ਚਾਕੂ, ਬਲੈਕ ਬੋਰਡ, ਚਾਕ, 4 ਕਾਪੀਆਂ ਅਤੇ 1 ਕਲਮ। ਬਾਕੀ ਕੁਝ ਨਾਮ ਸ਼ਬਦ ਵੀ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਇਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਮੈਂ ਬੋਲੂੰਗੀ
ਕੁਝ ਨਾਮ ਸ਼ਬਦ ਹੇਠ ਲਿਖੇ ਅਨੁਸਾਰ ਹਨ ਤਾਂ ਫਿਰ ਅਸੀਂ ਦੁਬਿੰਦੀ ਡੈਸ਼ ਦੀ ਵਰਤੋਂ ਪਾ ਕੇ ਲਿਖਦੇ ਹਾਂ, ਨਿੰਬੂ, ਗੁਲਾਬ, ਤਾਜ ਮਹਿਲ, ਪਿੰਡ ਆਦਿ। ਇਸੇ ਤਰ੍ਹਾਂ ਹੀ ਅਗਲਾ ਸਾਡਾ ਵਿਸ਼ਰਾਮ ਚਿੰਨ੍ਹ ਹੈ ਪੁੱਠੇ ਕੌਮੇ। ਪੁੱਠੇ ਕੌਮੇ ਦੋ ਤਰ੍ਹਾਂ ਦੇ ਹੁੰਦੇ ਹਨ, ਇਕਹਿਰੇ ਵੀ ਹੁੰਦੇ ਹਨ ਤੇ ਦੂਰੇ ਵੀ। ਇਹਨਾਂ ਦੀ ਵਰਤੋਂ ਦੋ ਤਰ੍ਹਾਂ ਨਾਲ ਹੁੰਦੀ ਹੈ। ਇਸ ਵਿੱਚ ਕਿਸੇ ਦੀ ਆਖੀ ਗੱਲ ਨੂੰ ਇਕਹਿਰੇ ਅਤੇ ਦੂਰੇ ਕਾਮੇ ਲਾ ਕੇ ਪ੍ਰਗਟ ਕੀਤਾ ਜਾਂਦਾ ਹੈ। ਭਾਵ ਜਦੋਂ ਅਸੀਂ ਕਿਸੇ ਸ਼ਬਦ ਵੱਲ ਵਿਸ਼ੇਸ਼ ਧਿਆਨ ਦਿਵਾਉਣਾ ਹੋਵੇ ਤਾਂ ਉਸ ਨੂੰ ਅਸੀਂ ਇਕਹਿਰੇ ਕਾਮੇ ਲਾ ਕੇ ਪ੍ਰਗਟ ਕੀਤਾ ਜਾਂਦਾ ਹੈ। ਜਿਵੇਂ ਮੈਂ ਬੋਲਾਂ ਕਿ ਮੇਲਿਆਂ ਵਿੱਚ ਵਿਸਾਖੀ ਦਾ ਮੇਲਾ ਬੜਾ ਪ੍ਰਸਿੱਧ ਹੈ। ਇਸ ਵਿੱਚ ਮੈਂ ਵਿਸਾਖੀ ਦੇ ਮੇਲੇ ਦੀ ਗੱਲ ਕਰ ਰਹੀ ਹਾਂ, ਤਾਂ ਵਿਸਾਖੀ ਦਾ ਜਿਹੜਾ ਮੇਲਾ ਹੈ ਉਸ ਨੂੰ ਅਸੀਂ ਇਕਹਿਰੇ ਕਾਮਿਆਂ ਦੇ ਵਿੱਚ ਅਸੀਂ ਪ੍ਰਗਟ ਕਰ ਦਾਂਗੇ ਕਿ ਅਸੀਂ ਉਹਦੇ ਉੱਤੇ ਖਾਸ ਧਿਆਨ ਦੇਣਾ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਕਹਿਣਾ ਹੋਵੇ ਕਿ ਜਦੋਂ ਕਿਸੇ ਦੀ ਕਹੀ ਗੱਲ ਨੂੰ ਜਿਉਂ ਦਾ ਤਿਉਂ ਲਿਖਣਾ ਹੋਵੇ ਤਾਂ ਦੂਰੇ ਕਾਮੇ ਲਾ ਕੇ ਪ੍ਰਗਟ ਕੀਤਾ ਜਾਂਦਾ ਹੈ। ਜਿਵੇਂ ਅਸੀਂ ਬੋਲਾਂਗੇ ਕਿ ਮਾਸਟਰ ਨੇ ਕਿਹਾ ਸਾਰੇ ਮੇਰੀ ਗੱਲ ਧਿਆਨ ਨਾਲ ਸੁਣੋ, ਤਾਂ ਇਸ ਨੂੰ ਅਸੀਂ ਦੂਰੇ ਕਾਮਿਆਂ ਦੇ ਵਿੱਚ ਬੰਦ ਕਰ ਦਾਂਗੇ। ਅਗਲਾ ਸਾਡਾ ਵਿਸ਼ਰਾਮ ਚਿੰਨ੍ਹ ਹੈ ਬ੍ਰੈਕਟ। ਬ੍ਰੈਕਟ ਦੀ ਵਰਤੋਂ ਵੀ ਇਹਨਾਂ ਮੌਕਿਆਂ ਤੇ ਕੀਤੀ ਜਾਂਦੀ ਹੈ, ਜਿਵੇਂ ਪਹਿਲਾਂ ਵਾਕ ਵਿੱਚ ਕਿਸੇ ਸ਼ਬਦ ਦੇ ਅਰਥ ਸਪਸ਼ਟ ਕਰਨ ਲਈ, ਜਿਵੇਂ ਮੈਂ ਉਹਨਾਂ ਤੋਂ ਆਪਾਂ ਬ੍ਰੈਕਟ 'ਚ ਪਾਤਾ ਕਿ ਮਾਤਾ ਜੀ ਤੋਂ ਆਗਿਆ ਲਈ, ਤਾਂ ਅਸੀਂ ਬ੍ਰੈਕਟ ਦੇ ਵਿੱਚ ਜਿਵੇਂ ਉਹਨਾਂ ਤੋਂ ਹੈ ਤਾਂ ਉਹਨਾਂ ਤੋਂ ਦੀ ਜਗ੍ਹਾ ਤੇ ਅਸੀਂ ਬ੍ਰੈਕਟ ਵਿੱਚ ਦੱਸਤਾ ਕਿ ਕਿਸ ਤੋਂ ਸੀ, ਮਾਤਾ ਜੀ ਤੋਂ। ਇਸੇ ਤਰ੍ਹਾਂ ਹੀ ਨਾਟਕ ਵਿੱਚ ਕਿਸੇ ਪਾਤਰ ਦੀ ਹਰਕਤ ਦੱਸਣ ਲਈ ਜਦੋਂ ਅਸੀਂ ਲਿਖਤੀ ਰੂਪ ਵਿੱਚ ਪਾਤਰਾਂ ਦੀ ਵਾਰਤਾਲਾਪ ਲਿਖਦੇ ਹਾਂ, ਜਿਵੇਂ ਮਹਿੰਦਰ ਸਿੰਘ ਤੈਨੂੰ ਤਾਂ ਮੈਂ ਵੇਖ ਲਊਂਗਾ, ਪਰ ਅਸੀਂ ਵਿੱਚ ਬ੍ਰੈਕਟ ਦੇ ਵਿੱਚ ਲਿਖਤਾ ਕਿ ਗੁੱਸੇ ਵਿੱਚ, ਤਾਂ ਸਾਨੂੰ ਪਤਾ ਲੱਗਾ ਕਿ ਮਹਿੰਦਰ ਸਿੰਘ ਦੀ ਉਸ ਸਮੇਂ ਉਹਦਾ ਹਾਵ ਭਾਵ ਕਿਸ ਤਰ੍ਹਾਂ ਦੇ ਸੀ, ਗੁੱਸੇ ਦੇ ਵਿੱਚ ਸੀ, ਤਾਂ ਉਸ ਨੂੰ ਅਸੀਂ ਬ੍ਰੈਕਟ ਦੇ ਵਿੱਚ ਬੰਦ ਕਰ ਦਿੰਦੇ ਹਾਂ। ਸਾਡਾ ਅਗਲਾ ਵਿਸ਼ਰਾਮ ਚਿੰਨ੍ਹ ਹੈ ਜੋੜਨੀ। ਜੋੜਨੀ ਦੀ ਵਰਤੋਂ ਹੇਠ ਲਿਖੇ ਮੌਕਿਆਂ ਉੱਤੇ ਕੀਤੀ ਜਾਂਦੀ ਹੈ, ਜਿਵੇਂ ਸਮਾਸੀ ਸ਼ਬਦਾਂ ਵਿਚਕਾਰ। ਸਮਾਸੀ ਸ਼ਬਦ ਜਿਵੇਂ ਹੁੰਦੇ ਹਨ ਜਿਵੇਂ ਅਖੰਡ ਪਾਠ, ਆਤਮਘਾਤ, ਸਰਵਸੰਮਤੀ ਆਦਿ। ਪਰ ਕਈ ਵਾਰ ਇਸ ਦੀ ਵਰਤੋਂ ਜਦੋਂ ਦੋ ਵਿਰੋਧੀ ਸ਼ਬਦਾਂ ਜਾਂ ਇੱਕੋ ਅਰਥ ਰੱਖਣ ਵਾਲੇ ਸ਼ਬਦਾਂ ਨੂੰ ਪ੍ਰਗਟ ਕੀਤਾ ਜਾਂਦਾ ਹੈ ਤਾਂ ਇਸ ਚਿੰਨ੍ਹ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਦੁੱਖ ਸੁੱਖ, ਦਿਨ ਰਾਤ, ਉੱਪਰ ਥੱਲੇ, ਮਾਤਾ ਪਿਤਾ, ਸੁੱਖ ਸ਼ਾਂਤੀ, ਆਰਾਮ ਚੈਨ। ਅਗਲਾ ਸਾਡਾ ਵਿਸ਼ਰਾਮ ਚਿੰਨ੍ਹ ਹੈ ਬਿੰਦੀ। ਇਸ ਚਿੰਨ੍ਹ ਦੀ ਵਰਤੋਂ ਵੀ ਹੇਠ ਲਿਖੇ ਅਨੁਸਾਰ ਹੁੰਦੀ ਹੈ, ਜਿਵੇਂ ਸ਼ਬਦਾਂ ਨੂੰ ਸੰਖੇਪ ਰੂਪ ਵਿੱਚ ਲਿਖਣ ਲਈ। ਇਸੇ ਤਰ੍ਹਾਂ ਹੀ ਜਿਵੇਂ ਸਰਦਾਰ ਸਾਹਿਬ, ਤਾਂ ਸਰਦਾਰ ਸਾਹਿਬ ਨੂੰ ਅਸੀਂ ਲਿਖਾਂਗੇ ਸੱਸਾ ਦੋ ਵਾਰੀ ਪਾ ਸਕਦੇ ਹਾਂ। ਮੈਂਬਰ ਪਾਰਲੀਮੈਂਟ ਅਸੀਂ ਐਮ ਪਾ ਕੇ ਬਿੰਦੀ ਪਾਤੀ, ਪੀ ਪਾ ਕੇ ਫੇਰ ਬਿੰਦੀ ਪਾਤੀ, ਤਾਂ ਇਹਨਾਂ ਸ਼ਬਦਾਂ ਨੂੰ ਅਸੀਂ ਸੰਖੇਪ ਰੂਪ ਦੇਤਾ। ਕਈ ਵਾਰ ਜਿਵੇਂ ਸਰਕਾਰੀ ਪਦਵੀ ਹੁੰਦੀਆਂ ਨੇ, ਜਿਵੇਂ ਸਰਕਾਰੀ ਪਦਵੀ ਦੇ ਵਿੱਚ ਅਸੀਂ ਲਿਖਣਾ ਹੈ IAS, DC, DSP। ਇਸ ਤੋਂ ਇਲਾਵਾ ਕਈ ਵਾਰ ਅਸੀਂ ਡਿਗਰੀ ਜਿਵੇਂ MA, B.Ed ਉਹਨਾਂ ਦੇ ਨਾਲ ਵੀ ਅਸੀਂ ਬਿੰਦੀ ਦੀ ਵਰਤੋਂ ਕਰਦੇ ਹਾਂ। ਇਸੇ ਤਰ੍ਹਾਂ ਹੀ ਸਾਡਾ ਅਗਲਾ ਵਿਸ਼ਰਾਮ ਚਿੰਨ੍ਹ ਹੈ ਛੁੱਟ ਮਰੋੜੀ। ਛੁੱਟ ਮਰੋੜੀ ਜਦੋਂ ਕਿਸੇ ਸ਼ਬਦ ਨੂੰ ਛੋਟਾ ਕਰਕੇ ਲਿਖਿਆ ਜਾਵੇ ਤਾਂ ਇਸ ਚਿੰਨ੍ਹ ਦੀ ਵਰਤੋਂ ਛੱਡੇ ਹੋਏ ਅੱਖਰ ਦੀ ਥਾਂ ਤੇ ਕੀਤੀ ਜਾਂਦੀ ਹੈ। ਜਿਵੇਂ ਉੱਤੇ ਦੀ ਥਾਂ ਤੇ ਅਸੀਂ ਲਿਖਿਆ ਤੇ, ਤਾਂ ਤੇ ਤੋਂ ਪਹਿਲਾਂ ਕੀ ਹੈ, ਅਸੀਂ ਛੁੱਟ ਮਰੋੜੀ ਦੀ ਵਰਤੋਂ ਕਰਤੀ। ਇਹਦਾ ਮਤਲਬ ਕੀ ਹੈ, ਤੇ ਦੀ ਜਗ੍ਹਾ ਤੇ ਅਸੀਂ ਉੱਤੇ ਲਿਖਣਾ ਸੀ ਤਾਂ ਉੱਤੇ ਦੀ ਜਗ੍ਹਾ ਤੇ ਅਸੀਂ ਊੜੇ ਔਂਕੜ ਉੱਤੇ ਆਦਿਕ ਨੂੰ ਛੱਡਤਾ, ਉਹ ਕੱਟੇ ਹੋਏ ਸ਼ਬਦ ਦੀ ਜਗ੍ਹਾ ਤੇ ਅਸੀਂ ਕੀ ਲਗਾਤਾ, ਛੁੱਟ ਮਰੋੜੀ ਦੀ ਵਰਤੋਂ ਕੀਤੀ ਹੈ। ਇਸੇ ਤਰ੍ਹਾਂ ਹੀ ਜਿਵੇਂ ਬੋਲਾਂ ਮੈਂ ਵਿੱਚੋਂ ਦੀ ਥਾਂ ਤੇ ਅਸੀਂ ਲਿਖਾਂਗੇ ਚੋਂ, ਤਾਂ ਵਾਵੇ ਅਨੁਸਾਰੀ ਉੱਤੇ ਆਦਿਕ ਅਸੀਂ ਸ਼ਬਦ ਕੱਟਦਾ, ਉਹਦੀ ਜਗ੍ਹਾ ਤੇ ਅਸੀਂ ਚੋਂ ਪਾਤਾ, ਚੋਂ ਦੀ ਜਗ੍ਹਾ ਤੇ ਅਸੀਂ ਉਸ ਤੋਂ ਪਹਿਲਾਂ ਕੀ ਪਾਤੀ, ਛੁੱਟ ਮਰੋੜੀ। ਇੱਕ ਸ਼ਬਦ ਅਸੀਂ ਹੋਰ ਲੈਂਦੇ ਹਾਂ ਜਿਵੇਂ ਇਕੱਠ। ਇਕੱਠ ਦੀ ਥਾਂ ਤੇ ਅਸੀਂ ਕੀ ਲਿਖਤਾ, ਕੱਠ। ਕੱਠ ਤੋਂ ਪਹਿਲਾਂ ਅਸੀਂ ਛੁੱਟ ਮਰੋੜੀ ਦੀ ਵਰਤੋਂ ਕੀਤੀ, ਪਰ ਕਿਸ ਦੀ ਜਗ੍ਹਾ ਤੇ ਈੜੀ ਸਿਹਾਰੀ ਜਿਹੜੀ ਸਾਡਾ ਸ਼ਬਦ ਸੀਗਾ ਉਸ ਨੂੰ ਅਸੀਂ ਕੱਟਦਾ, ਉਹਦੀ ਜਗ੍ਹਾ ਤੇ ਅਸੀਂ ਛੁੱਟ ਮਰੋੜੀ ਦੀ ਵਰਤੋਂ ਕੀਤੀ। ਸੋ ਬੱਚਿਓ, ਇਹ ਸੀ ਸਾਡੇ ਵਿਸ਼ਰਾਮ ਚਿੰਨ੍ਹ। ਵਿਸ਼ਰਾਮ ਚਿੰਨ੍ਹਾਂ ਦੀ ਸਹੀ ਤਰ੍ਹਾਂ ਵਰਤੋਂ ਕਰਕੇ ਅਸੀਂ ਆਪਣੀ ਜਿਹੜੀ ਲਿਖਤ ਹੈ ਉਸ ਨੂੰ ਸੁੰਦਰ ਤਰੀਕੇ ਨਾਲ ਪ੍ਰਗਟ ਕਰ ਸਕਦੇ ਹਾਂ। ਧੰਨਵਾਦ।